ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅੱਜ ਦੇ ਨਵੇਂ ਦਿਨ ਦੀਆਂ। ਤੇ ਇਸ ਨਵੇਂ ਦਿਨ ਨੂੰ ਚੰਗਾ ਕਿੱਦਾਂ ਬਣਾਉਣਾ, ਸੋਹਣਾ ਕਿੱਦਾਂ ਬਣਾਉਣਾ, ਆਰਾਮਦਾਇਕ ਕਿੱਦਾਂ ਬਣਾਉਣਾ, ਆਓ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ। ਕਈ ਲੋਕੀ ਕਲੇਮ ਕਰਦੇ ਨੇ ਕਿ ਜ਼ਿੰਦਗੀ ਬਹੁਤ ਔਖੀ ਹੈ, ਜ਼ਿੰਦਗੀ ਬਹੁਤ ਔਖੀ ਹੈ, ਬੜੀ ਔਖੀ ਜੀਣੀ ਆ, ਬੜੀ ਔਖੀ ਕੱਟਣੀ ਆ, ਫਾਈਨੈਂਸ਼ਲੀ ਬਹੁਤ ਪ੍ਰੋਬਲਮਾਂ ਨੇ, ਕੰਮਕਾਰ ਬਹੁਤ ਡਾਊਨ ਹੋ ਗਏ ਕੋਵਿਡ-19 ਦੇ ਕਰਕੇ, ਤੇ ਅੱਗੇ ਵਾਲਾ ਕੰਮ ਰਿਹਾ ਨਹੀਂ। ਜੇ ਮੈਂ ਇੱਥੇ ਇਹ ਵੀ ਗੱਲ ਕਹਾਂ ਕਿ ਅਰਦਾਸ ਕਰਦੇ ਹਾਂ ਕਿ ਸੱਚਾ ਪਾਤਸ਼ਾਹ ਸੁੱਖ ਦੇਵੇ, ਤਾਂ ਇੱਥੇ ਵੀ ਆਪਾਂ ਗਲਤ ਹੋ ਜਾਂਦੇ ਹਾਂ। ਅਸੀਂ ਇਹ ਵੀ ਗੱਲ ਮੰਨਦੇ ਹਾਂ ਕਿ ਜਨ ਕੀ ਅਰਦਾਸ ਬਿਰਥਾ ਨਾ ਜਾਏ, ਇਹ ਵੀ ਗੱਲ ਮੰਨਦੇ ਹਾਂ। ਪਰ ਦੋਸਤੋ, ਅਰਦਾਸ ਇੱਥੇ ਮੈਂ ਇਕੱਲਾ ਨਹੀਂ ਕਰੂੰਗਾ, ਅਰਦਾਸ ਸਾਰੀ ਦੁਨੀਆ ਕਰਦੀ ਆ। ਬੇਸ਼ੱਕ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਹਾਂ, ਬੇਸ਼ੱਕ ਅਸੀਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਰਹਿੰਦੇ ਹਾਂ, ਤਕਰੀਬਨ ਸਾਰੀ ਦੁਨੀਆ ਅਰਦਾਸ ਕਰਦੀ ਆ, ਵੱਖਰੇ ਵੱਖਰੇ ਤਰੀਕਿਆਂ ਦੇ ਨਾਲ, ਵੱਖਰੇ ਵੱਖਰੇ ਲਹਿਜ਼ੇ ਅੰਦਾਜ਼ ਦੇ ਨਾਲ, ਤੇ ਵੱਖਰੀਆਂ ਵੱਖਰੀਆਂ ਡਿਮਾਂਡਾਂ ਦੇ ਨਾਲ। ਮੈਂ ਇਹ ਗੱਲ ਮੰਨਦਾ, ਮੇਰਾ ਆਪਣਾ ਓਪੀਨੀਅਨ ਆ, ਕੋਈ ਮੇਰੇ ਨਾਲ ਸਹਿਮਤ ਹੋਵੇ ਨਾ ਹੋਵੇ, ਉਹਦਾ ਆਪਣਾ ਓਪੀਨੀਅਨ ਆ। ਮੇਰੀ ਆਪਣੀ ਕੀ ਸੋਚ ਕਹਿੰਦੀ ਆ ਕਿ ਜਦੋਂ ਅਸੀਂ ਅਰਦਾਸ ਕਰਦੇ ਆ, ਸਾਡੀ ਅਰਦਾਸ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਤਾਂ ਕ੍ਰੀਏਟਰ ਦੇ ਲਈ ਹੁੰਦੀ ਆ, ਇੱਕ ਕ੍ਰੀਏਟਰ ਦੇ ਕ੍ਰੀਏਸ਼ਨ ਦੇ ਲਈ ਹੁੰਦੀ ਆ। ਯਾਨੀ ਕਿ ਇੱਕ ਦਾਤੇ ਲਈ ਹੁੰਦੀ ਆ, ਇੱਕ ਦਾਤਾਂ ਲਈ ਹੁੰਦੀ ਆ। ਤਾਂ ਜਿਹੜੀ ਦਾਤਾਂ ਦੇ ਲਈ ਆ ਦੋਸਤੋ, ਇਹ ਤਾਂ ਸਰਾਸਰ ਬੇਇਨਸਾਫੀ ਜਾਂ ਕਹਿ ਲਓ ਚੰਗੀ ਗੱਲ ਨਹੀਂ ਰੱਬ ਦੇ ਨਾਲ, ਕਿਉਂਕਿ ਰੱਬ ਨੇ ਸਾਨੂੰ ਪੈਦਾ ਕਰਕੇ ਸਾਨੂੰ ਦਿਮਾਗ ਦਿੱਤਾ, ਸਾਡੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਸਾਨੂੰ ਕਰਾਇਆ। ਜਦੋਂ ਅਸੀਂ ਉਹ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰ ਸਕਦੇ ਜਾਂ ਪੂਰੇ ਨਹੀਂ ਉਤਰਦੇ, ਅਸੀਂ ਟੁੱਟ ਜਾਂਦੇ ਹਾਂ। ਤੇ ਅਸੀਂ ਫਿਰ ਟੁੱਟ ਕੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ, ਐ ਮੇਰੇ ਮਾਲਕਾ, ਐ ਅੱਲਾ, ਐ ਵਾਹਿਗੁਰੂ, ਐ ਰਾਮ, ਮੇਰੇ ਤੇ ਕਿਰਪਾ ਕਰ ਕਿ ਮੈਂ ਠੀਕ ਹੋ ਜਾ, ਮੇਰਾ ਕੰਮਕਾਰ ਠੀਕ ਹੋ ਜਾਏ, ਮੇਰਾ ਪਰਿਵਾਰ ਠੀਕ ਹੋ ਜਾਏ। ਕਈ ਹੋਰ ਡਿਮਾਂਡਾਂ ਵੀ ਅਸੀਂ ਰੱਖਦੇ ਹਾਂ। ਇੱਕ ਅਰਦਾਸ ਹੁੰਦੀ ਆ ਦਾਤੇ ਦੇ ਲਈ, ਜਿਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸ਼ਲੋਕ ਵੀ ਆਉਂਦਾ। ਸਭ ਤੋਂ ਪਹਿਲਾਂ ਤਾਂ ਮੇਰੇ ਵੀਰ ਭੈਣ ਮੈਨੂੰ ਮਾਫ ਕਰ ਦੇਣ ਕਿ ਜੇ ਕਿਤੇ ਮੈਂ ਮਾੜਾ ਮੋਟਾ ਕੰਨਾ ਕਨੌੜਾ ਜਾਂ ਪ੍ਰੋਨਾਊਂਸੀਏਸ਼ਨ ਦੇ ਵਿੱਚ ਸ਼ਲੋਕ ਦੇ ਵਿੱਚ ਮੇਰੇ ਤੋਂ ਕੋਈ ਗਲਤੀ ਹੋ ਜਾਏ ਤਾਂ ਮੈਨੂੰ ਮਾਫ ਕਰ ਦੇਣਾ। ਪਰ ਆਪਾਂ ਲੌਜਿਕ ਨੂੰ ਫੜਨਾ, ਆਪਾਂ ਅਸਰ ਨੂੰ ਦੇਖਣਾ, ਉਹ ਸ਼ਲੋਕ ਸਾਨੂੰ ਕਹਿੰਦਾ ਕੀ ਆ। ਪਰ ਜਿਹੜੀ ਦਾਤੇ ਲਈ ਅਰਦਾਸ ਆ, ਉਹਦੇ ਵਿੱਚ ਗੁਰਬਾਣੀ ਦੇ ਵਿੱਚ ਸ਼ਲੋਕ ਆਉਂਦਾ ਕਿ ਤੁਮੇ ਛਾੜ ਕੋਈ ਅਵਰ ਨਾ ਧਿਆਊਂ, ਜੋ ਵਰ ਚਾਹੂੰ ਮੈਂ ਤੁਮ ਤੇ ਪਾਊਂ। ਕਿ ਮੈਂ ਤੈਨੂੰ ਛੱਡ ਕੇ ਕੋਈ ਹੋਰ ਨਾ ਧਿਆਵਾਂ, ਤੈਨੂੰ ਛੱਡ ਕੇ ਮੇਰੀ ਮੰਗ ਕੋਈ ਹੋਰ ਨਾ ਹੋਵੇ। ਕਿਉਂਕਿ ਜੇ ਤੈਨੂੰ ਛੱਡ ਕੇ ਮੈਂ ਕੋਈ ਹੋਰ ਮੰਗ ਮੰਗਦਾ ਆ, ਤਾਂ ਵੀ ਮੇਰੇ ਲਈ ਇੱਕ ਹੁਕਮਨਾਮਾ ਲਿਖ ਦਿੱਤਾ ਗਿਆ, ਤੁਧ ਬਾਝੋਂ ਜੇ ਕੁਝ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਐਸਾ ਸ਼ਲੋਕ ਹੈ ਜਿਹੜਾ ਲਿਖ ਦਿੱਤਾ ਗਿਆ ਕਿ ਤੇਰੇ ਤੋਂ ਸਿਵਾਏ ਜੇ ਮੈਂ ਕੁਝ ਮੰਗਦਾ ਤਾਂ ਮੈਂ ਦੁੱਖ ਹੀ ਦੁੱਖ ਮੰਗਦਾ ਆ। ਅੱਜ ਆਪਾਂ ਗੱਲ ਕਰਨੀ ਆ ਕਿ ਜ਼ਿੰਦਗੀ ਨੂੰ ਆਸਾਨ ਕਿੱਦਾਂ ਬਣਾਇਆ ਜਾ ਸਕਦਾ। ਤੁਹਾਡੀਆਂ ਮੇਰੀਆਂ ਇਕੱਲਿਆਂ ਦੀਆਂ ਪ੍ਰੋਬਲਮਾਂ ਨਹੀਂ ਹੈਗੀਆਂ। ਸਾਰੀ ਦੁਨੀਆ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੇ ਨਾਲ ਲੋਕੀ ਮੁਸੀਬਤਾਂ ਦੇ ਨਾਲ ਜ਼ਿੰਦਗੀ ਕੱਟ ਰਹੇ ਆ ਜਾਂ ਝੇਲ ਰਹੇ ਆ ਉਹਨਾਂ ਮੁਸੀਬਤਾਂ ਨੂੰ।
ਆਪਾਂ ਜ਼ਿੰਦਗੀ ਨੂੰ ਵਰਕਆਊਟ ਕਰਨਾ, ਤੁਸੀਂ ਤੇ ਮੈਂ ਜ਼ਿੰਦਗੀ ਨੂੰ ਵਰਕਆਊਟ ਕਰਨਾ ਕਿ ਸਾਨੂੰ ਜ਼ਿੰਦਗੀ ਤਕਲੀਫ ਕਿੱਥੋਂ ਦੇ ਰਹੀ ਆ, ਉਹ ਪੇਪਰ ਤੇ ਲਿਖ ਲਈਏ। ਮੈਨੂੰ ਪੈਸੇ ਦੀ ਪ੍ਰੋਬਲਮ ਆ, ਮੈਨੂੰ ਬੱਚਿਆਂ ਦੀ ਪ੍ਰੋਬਲਮ ਆ, ਮੇਰਾ ਕੰਮ ਕਾਰ ਠੀਕ ਨਹੀਂ ਹੋ ਰਿਹਾ, ਇਹ ਪ੍ਰੋਬਲਮ ਆ, ਜਾਂ ਮੈਨੂੰ ਕੰਮ ਤੇ ਕੋਈ ਤੰਗ ਕਰ ਰਿਹਾ, ਜਾਂ ਮੇਰੀ ਬੌਸ ਨਾਲ ਨਹੀਂ ਬਣਦੀ, ਮੈਨੂੰ ਆਹ ਪ੍ਰੋਬਲਮ ਆ, ਜਾਂ ਕੋਈ ਵੀ ਐਸੀ ਪ੍ਰੋਬਲਮ ਆ ਜਿੱਥੇ ਤੁਸੀਂ ਖੁਸ਼ ਨਹੀਂ ਹੈਗੇ ਜ਼ਿੰਦਗੀ ਤੋਂ। ਡਰਾਈਵਿੰਗ ਨਹੀਂ ਹੈਗੀ, ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ, ਤੁਸੀਂ ਲੋਕਾਂ ਦੀਆਂ ਮਿੰਨਤਾਂ ਕਰਦੇ ਆ, ਰਿਸ਼ਤੇਦਾਰਾਂ ਦੀਆਂ ਮਿੰਨਤਾਂ ਕਰਦੇ ਆ, ਟੈਕਸੀਆਂ ਫੜ ਕੇ ਕੰਮਾਂ ਤੇ ਜਾਂ ਬੱਸਾਂ ਫੜ ਕੇ ਜਾਂਦੇ ਆ, ਇਹ ਵੀ ਕਹਿੰਦੇ ਆ ਜੇ ਪ੍ਰੋਬਲਮ ਆ ਤਾਂ ਉਹ ਵੀ ਲਿਖ ਲਓ। ਜਾਣੀ ਕਿ ਕੋਈ ਵੀ ਐਸੀ ਪ੍ਰੋਬਲਮ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਲੱਗਦੀ ਆ, ਉਹ ਪੇਪਰ ਤੇ ਲਿਖ ਲਓ, ਉਹ ਪੇਪਰ ਤੇ ਲਿਖ ਲਓ। ਮੈਨੂੰ ਇਹਦਾ ਚਿਹਰਾ ਨਹੀਂ ਚੰਗਾ ਲੱਗਦਾ, ਉਹ ਵੀ ਪੇਪਰ ਤੇ ਲਿਖ ਲਓ। ਮੈਨੂੰ ਦੇਖ ਕੇ ਜ਼ਹਿਰ ਚੜ੍ਹਦੀ ਆ, ਇਹ ਵੀ ਪੇਪਰ ਤੇ ਲਿਖ ਲਓ। ਫਿਰ ਇਕਾਂਤ ਵਿੱਚ ਜਾ ਕੇ ਇਕੱਲਿਆਂ ਬੈਠ ਕੇ ਉਹਨਾਂ ਪ੍ਰੋਬਲਮਾਂ ਦਾ ਸੋਲੂਸ਼ਨ ਦੇਖੋ ਕਿ ਜੇ ਮੈਨੂੰ ਇਹਦੀ ਸ਼ਕਲ ਨਹੀਂ ਚੰਗੀ ਲੱਗਦੀ, ਵੀ ਸ਼ਕਲ ਇਹਦੀ ਆ, ਮੇਰੀ ਆਪਣੀ ਆ, ਇਹ ਇਹਦੀ ਸ਼ਕਲ ਆ, ਇਹਦੇ ਵਿੱਚ ਕੋਈ ਆਪਸ਼ਨ ਤਾਂ ਹੈ ਨਹੀਂ ਸੀ ਵੀ ਰੱਬ ਨੂੰ ਕਹਿਣਾ ਸੀਗਾ ਵੀ ਮੇਰੀ ਇਦਾਂ ਦੀ ਸ਼ਕਲ ਬਣਾ, ਮੈਨੂੰ ਇਦਾਂ ਦੀ ਨਹੀਂ ਚਾਹੀਦੀ। ਇਹ ਵੀ ਤੇਰੀ ਪ੍ਰੋਬਲਮ ਜਿਹੜੀ ਆ ਨਾਜਾਇਜ਼ ਆ, ਤੇ ਇਸ ਕਰਕੇ ਇਹਨੂੰ ਕੱਟ ਦੇ। ਇੱਕ ਪ੍ਰੋਬਲਮ ਸੋਲਵ ਹੋ ਗਈ। ਦੂਜੀ ਪ੍ਰੋਬਲਮ ਇਹ ਆ ਵੀ ਜੇ ਤੈਨੂੰ ਗੱਡੀ ਨਹੀਂ ਆਉਂਦੀ, ਤੂੰ ਬੱਸਾਂ ਕਾਰਾਂ ਦੇ ਵਿੱਚ ਜਾਂ ਟੈਕਸੀਆਂ ਦੇ ਵਿੱਚ ਲੋਕਾਂ ਦੀਆਂ ਮਿੰਨਤਾਂ ਕਰਦਾ, ਜਾਂ ਟੈਕਸੀ ਵਾਲਿਆਂ ਨੂੰ ਪੈਸੇ ਦਿੰਦਾ, ਜਾਂ ਬੱਸਾਂ 'ਚ ਧੱਕੇ ਖਾਨਾ, ਇਹ ਕੋਈ ਖਾਸ ਪ੍ਰੋਬਲਮ ਨਹੀਂ ਹੈ। ਮੈਂ ਕਹਿੰਦਾ ਜਿੰਨਾ ਅੱਜ ਕੱਲ੍ਹ ਬੱਸਾਂ ਦੇ ਵਿੱਚ ਸਫ਼ਰ ਆਸਾਨ ਆ, ਤੁਸੀਂ ਗੱਡੀ ਸ਼ਾਪਿੰਗ ਸੈਂਟਰ ਦੇ ਵਿੱਚ ਲੈ ਕੇ ਜਾਓ, ਤੁਹਾਨੂੰ ਪਹਿਲਾਂ ਪਾਰਕਿੰਗ ਦੇ ਪੈਸੇ ਖੜੀ ਕਰਨੀ ਪੈਂਦੀ ਆ, ਫਿਰ ਲਾਗੇ ਕੋਈ ਗੱਡੀ ਕੋਈ ਡੋਰ ਖੋਲ੍ਹਦਾ, ਉਹ ਮਾਰ ਨਾ ਦੇਵੇ, ਸਕ੍ਰੈਚ ਨਾ ਕਰਦਾ ਹੈ। ਸੋ ਕਹਿਣ ਦਾ ਭਾਵ ਇਹ ਆ ਦੋਸਤੋ, ਐਡੀ ਕੋਈ ਖਾਸ ਪ੍ਰੋਬਲਮ ਨਹੀਂ ਹੈ। ਬੱਸਾਂ ਚੱਲਦੀਆਂ, ਟ੍ਰੇਨਾਂ ਚੱਲਦੀਆਂ, ਟਰਾਮ ਚੱਲਦੀ ਆ, ਜਿਸ ਕਰਕੇ ਸਾਡੀ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਹੈ। ਤੁਸੀਂ ਇਕੱਲੇ ਨਹੀਂ ਹੈ ਜਿਹੜੀ ਦੁਨੀਆ ਤੇ ਇਕੱਲੇ ਵਿਦਆਊਟ ਡਰਾਈਵਿੰਗ ਲਾਇਸੈਂਸ ਤੋਂ ਹੈਗੇ ਆ, ਬਹੁਤ ਦੁਨੀਆ ਦੇ ਵਿੱਚ ਲੋਕ ਇੱਦਾਂ ਦੇ ਆ। ਇਹ ਵੀ ਪ੍ਰੋਬਲਮ ਖਾਸ ਨਹੀਂ, ਇਹਨੂੰ ਵੀ ਕੱਟ ਦਿਓ। ਫਾਈਨੈਂਸ਼ੀਅਲੀ ਜਿਹੜੀ ਪ੍ਰੋਬਲਮ ਆ, ਠੀਕ ਆ, ਅੱਜ ਕੱਲ੍ਹ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਆਪਾਂ ਜਾ ਰਹੇ ਹਾਂ ਸਿਚੁਏਸ਼ਨ ਦੇ ਥਰੂ, ਕੰਮਾਂ ਕਾਰਾਂ ਤੋਂ ਇੰਨੇ ਪੈਸੇ ਨਹੀਂ ਬਣ ਰਹੇ, ਜਾਂ ਕੰਮ ਕਰ ਨਹੀਂ ਰਹੇ ਅੱਗੇ ਇੱਦਾਂ ਦੇ। ਪਰ ਜੇ ਤੁਸੀਂ ਇਹ ਸੋਚਦੇ ਆ ਵੀ ਅੱਜ ਹੀ ਮੇਰੇ ਕੋਲ ਆਖਰੀ ਦਿਨ ਆ ਦੁਨੀਆ ਤੇ ਜੀਣ ਦੇ ਲਈ, ਤਾਂ ਤੁਸੀਂ ਯਕੀਨ ਕਰਿਓ ਤੁਹਾਨੂੰ ਉਹ ਫਾਈਨੈਂਸ਼ੀਅਲੀ ਜਿਹੜੀ ਪ੍ਰੋਬਲਮ ਹੈ ਉਹ ਪ੍ਰੋਬਲਮ ਨਹੀਂ ਲੱਗੇਗੀ, ਕਿਉਂਕਿ ਤੁਸੀਂ ਤਾਂ ਸ਼ਾਮ ਤੱਕ ਮਰ ਜਾਣਾ ਆ, ਜਾਂ ਦੁਪਹਿਰ ਤੱਕ ਮਰ ਜਾਣਾ ਆ, ਜਾਂ ਸਵੇਰ ਹੁੰਦਿਆਂ ਤੱਕ ਮਰ ਜਾਣਾ ਆ। ਤੁਹਾਡੇ ਕੋਲ ਗਰੰਟੀ ਤਾਂ ਕੋਈ ਹੈ ਨਹੀਂ ਤੁਸੀਂ ਜੀਣਾ ਆ। ਸੋ ਇਸ ਕਰਕੇ ਆਪਣਾ ਪ੍ਰੈਜ਼ੈਂਟ ਕਿਉਂ ਖਰਾਬ ਕਰਦੇ ਆ? ਫਿਊਚਰ ਬਾਰੇ ਸੋਚ ਕੇ ਜ਼ਿੰਦਗੀ ਦੇ ਨਜ਼ਾਰੇ ਲਈਏ। ਇਹਨਾਂ ਪ੍ਰੋਬਲਮਾਂ ਨੂੰ ਪ੍ਰੋਬਲਮਾਂ ਨਾ ਸਮਝੀਏ। ਕਦੀ ਇਹ ਨਾ ਸੋਚੀਏ ਕਿ ਮੈਂ ਬਹੁਤ ਇਕੱਲਾ ਰਹਿ ਗਿਆ, ਇਹ ਸੋਚੋ ਕਿ ਮੈਂ ਇਕੱਲਾ ਹੀ ਬਹੁਤ ਆ, ਮੈਂ ਇਕੱਲਾ ਹੀ ਬਹੁਤ ਆ। ਠੋਕ ਕੇ ਰੱਖ ਦਿਆਂਗਾ ਜ਼ਿੰਦਗੀ ਨੂੰ। ਘਬਰਾਉਣ ਦੀ ਲੋੜ ਨਹੀਂ। ਮੇਰੇ ਕੋਲ 90 ਸਾਲ ਦੇ ਬੰਦੇ ਵਾਲ ਕਟਾਉਣ ਆਉਂਦੇ ਆ, ਤੁਰ ਕੇ ਆਉਂਦੇ ਆ, ਦਿਸਦਾ ਨਹੀਂ, ਔਖੇ ਸੌਖੇ ਆਉਂਦੇ। ਉਹ ਕਹਿੰਦੇ ਨਹੀਂ, ਸਾਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ। ਉਹ ਇਕੱਲੇ ਰਹਿੰਦੇ ਆ, ਇਕੱਲੇ ਖਾਂਦੇ, ਇਕੱਲੇ ਬਣਾਉਂਦੇ ਆ, ਇਕੱਲੇ ਆਪਣਾ ਸੈਂਡਵਿਚ ਬਣਾ ਲੈਂਦੇ ਆ, ਇਕੱਲੇ ਭਾਂਡੇ ਧੋ ਲੈਂਦੇ ਆ। ਇਸ ਕਰਕੇ ਕਈ ਦਫਾ ਅਸੀਂ ਜ਼ਿੰਦਗੀ ਤੋਂ ਹਾਰ ਜਾਂਦੇ ਹਾਂ। ਅਸੀਂ ਕੁਝ ਇਹਨਾਂ ਬਜ਼ੁਰਗਾਂ ਤੋਂ, ਗੋਰਿਆਂ ਤੋਂ ਸਿੱਖ ਲਈਏ ਕਿ ਜ਼ਿੰਦਗੀ ਜੀਣੀ ਕਿੱਦਾਂ ਆ। ਕੋਈ ਵੱਡੀਆਂ ਪ੍ਰੋਬਲਮਾਂ ਨਹੀਂ ਦੋਸਤੋ, ਕੋਈ ਵੱਡੀਆਂ ਪ੍ਰੋਬਲਮਾਂ ਨਹੀਂ। ਇਹਨਾਂ ਪ੍ਰੋਬਲਮਾਂ ਨੂੰ ਸੋਲਵ ਕਰਨਾ ਸਾਡਾ ਆਪਣਾ ਫਰਜ਼ ਬਣਦਾ। ਅਸੀਂ ਕ੍ਰੀਏਟ ਕੀਤੀਆਂ ਆ। ਜੇ ਮੈਂ ਵੱਡੀਆਂ ਗੱਡੀਆਂ ਲੈ ਕੇ ਘਰ ਦੇ ਬਾਹਰ ਖੜੀਆਂ ਕੀਤੀਆਂ ਆ ਫਾਈਨੈਂਸ ਤੇ, ਮੈਨੂੰ ਲੋੜ ਸੀ ਇਹਨਾਂ ਦੀ? ਮੈਨੂੰ ਲੋੜ ਸੀ ਇਹਨਾਂ ਦੀ ਕਿ ਨਹੀਂ ਸੀ? ਇਹ ਆਪਾਂ ਦੇਖਣਾ ਆ ਬਸ। ਜੇ ਆਪਾਂ ਇਹ ਵਰਕਆਊਟ ਨਹੀਂ ਕਰਦੇ ਕਿ ਮੈਂ ਸ਼ੋ ਆਫ ਦੇ ਲਈ ਵੱਡੀ ਗੱਡੀ ਲੈ ਕੇ ਘਰ ਮੂਹਰੇ ਖੜੀ ਕਰ ਲਈ, ਜਾਂ ਮੈਂ ਵੱਡਾ ਘਰ ਲੈ ਲਿਆ, ਰਹਿੰਦੇ ਅਸੀਂ ਮੀਆਂ ਬੀਬੀ ਦੋਨੇ ਜਾਣੇ ਆ, 4-5 ਬੈਡਰੂਮ ਦਾ ਘਰ ਵੱਡਾ ਲੈ ਲਿਆ, ਉਹਦੇ ਖਰਚੇ ਵੱਧ ਗਏ, ਉਹਦਾ ਕਾਉਂਸਲ ਟੈਕਸ ਵੱਧ ਗਿਆ, ਉਹਦਾ ਪਾਣੀ ਦਾ ਬਿੱਲ ਵੱਧ ਗਿਆ, ਉਹਦੇ ਹੋਰ ਕਈ ਖਰਚੇ ਵੱਧ ਗਏ, ਉਹਦਾ ਗੈਸ ਬਿਜਲੀ ਵੀ ਵੱਧ ਗਿਆ, ਕਿਉਂਕਿ ਵੱਡਾ ਘਰ ਆ ਤਾਂ ਫਿਰ ਵੱਡੇ ਘਰ ਨੂੰ ਗਰਮ ਕਰਨ ਦੇ ਲਈ ਗੈਸ ਵੀ ਜ਼ਿਆਦਾ ਲੱਗੇਗੀ। ਵੱਡਾ ਘਰ ਆ, ਕੋਈ ਆਇਆ ਗਿਆ ਰਹਿੰਦਾ ਤਾਂ ਫਿਰ ਓਬਵੀਅਸਲੀ ਲਾਈਟਾਂ ਵੀ ਸਾਨੂੰ ਜ਼ਿਆਦਾ ਚਾਹੀਦੀਆਂ। ਠੀਕ ਨਹੀਂ? ਕਹਿਣ ਦਾ ਮਤਲਬ ਅਸੀਂ ਆਪਣੇ ਪੈਰਾਂ ਤੇ ਆਪ ਹੀ ਕੁਹਾੜੀਆਂ ਮਾਰੀ ਜਾਂਦੇ ਹਾਂ।
ਸਾਨੂੰ ਇਹ ਵਰਕਆਊਟ ਕਰਨਾ ਪਏਗਾ ਕਿ ਅਸੀਂ ਜ਼ਿੰਦਗੀ ਨੂੰ ਜੀਣਾ ਕਿੱਦਾਂ ਆ। ਅਸੀਂ ਜਿਹੜੇ ਖਰਚੇ ਵਧਾਇਓ ਆ, ਸਾਡੇ ਜਿਹੜੇ ਖਰਚੇ ਵਧਿਓ ਆ, ਸਾਡੀ ਜਿਹੜੀ ਫਾਈਨੈਂਸ਼ੀਅਲ ਪ੍ਰੋਬਲਮਸ ਆ, ਇਹਨਾਂ ਨੂੰ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਖਰਚੇ ਘੱਟ ਕਰ ਦਿਓ। ਜੇ ਮੇਰੀ ਕੰਮ ਤੇ ਨਹੀਂ ਬਣਦੀ ਕਿਸੇ ਦੇ ਨਾਲ, ਠੀਕ ਹੈ, ਮੈਂ ਆਪਣਾ ਕੰਮ ਕਰਾਂ, ਮੈਨੂੰ ਬੁਲਾਵਾਂ ਨਾ, ਮੈਂ ਨਾ ਦੇਖਾਂ ਉਹਦੇ ਨਾਲ, ਕੋਈ ਨਹੀਂ, ਕੋਈ ਫਰਕ ਨਹੀਂ ਪੈਂਦਾ। ਮੇਰੇ ਨਾਲ ਵੀ ਹੋ ਹਟਿਆ ਇੱਦਾਂ ਦੀਆਂ ਗੱਲਾਂ। ਜਦੋਂ ਮੈਂ ਨਵਾਂ ਇੰਡੀਆ ਤੋਂ ਆਇਆ, ਮੈਨੂੰ ਇੰਗਲਿਸ਼ ਬਿਲਕੁਲ ਨਹੀਂ, ਹੁਣ ਵੀ ਨਹੀਂ ਆਉਂਦੀ ਇੰਨੀ, ਪਰ ਬੋਲ ਤਾਂ ਮੈਂ ਫਿਰ ਵੀ ਲੈਂਦਾ ਬਹੁਤ। ਗੋਰਿਆਂ ਨੂੰ ਚੰਗੇ ਭਲੇ ਨੂੰ ਮੈਂ ਹਿਲਾ ਕੇ ਰੱਖ ਦਿੰਦਾ ਇੰਗਲਿਸ਼ ਵੀ, ਇੰਨੀ ਕਿ ਮੈਂ ਸਿੱਖ ਲਈ ਹੈ ਨਾ 25-26 ਸਾਲਾਂ ਦੇ ਵਿੱਚ। ਪਰ ਕਹਿਣ ਦਾ ਮਤਲਬ ਇਹ ਆ ਦੋਸਤੋ, ਜਦੋਂ ਮੈਨੂੰ ਨਹੀਂ ਆਉਂਦੀ ਸੀ, ਮੈਂ ਟਾਈਮ ਪਾਸ ਕੀਤਾ। ਤੁਸੀਂ ਵੀ ਕੀਤਾ ਹੋਣਾ, ਦੜ ਵੱਟ ਕੇ ਟਾਈਮ ਪਾਸ ਕੀਤਾ। ਆਪਾਂ ਪੱਬਾਂ ਦੇ ਵਿੱਚ ਜਾਂਦੇ ਸੀ, ਗੋਰੇ ਸਾਨੂੰ ਨਫ਼ਰਤ ਕਰਦੇ ਸੀ, ਅਸੀਂ ਫਿਰ ਵੀ ਆਪਣਾ ਸਟੈਂਡ ਬਣਾਇਆ। ਸੋ ਇਸ ਕਰਕੇ ਕੋਈ ਵੱਡੀਆਂ ਪ੍ਰੋਬਲਮਾਂ ਨਹੀਂ। ਜਿੱਦਾਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਕਦੀ ਇਹ ਨਾ ਸੋਚੋ ਕਿ ਮੈਂ ਬਹੁਤ ਇਕੱਲਾ ਰਹਿ ਗਿਆ, ਇਹ ਸੋਚੋ ਕਿ ਮੈਂ ਇਕੱਲਾ ਹੀ ਬਹੁਤ ਆ, ਇਕੱਲਾ ਹੀ ਬਹੁਤ ਆ। ਪੇਪਰ ਤੇ ਜਿੰਨੀਆਂ ਵੀ ਪ੍ਰੋਬਲਮਾਂ ਤੁਸੀਂ ਲਿਖੀਆਂ ਨੇ, ਇਹਨਾਂ ਕੱਲੀ ਨੂੰ ਵਰਕਆਊਟ ਕਰੋ, ਸਾਈਕੋਲੋਜੀਕਲੀ ਵਰਕਆਊਟ ਕਰੋ, ਲੌਜੀਕਲੀ ਵਰਕਆਊਟ ਕਰੋ, ਦਿਮਾਗ ਦੇ ਨਾਲ ਵਰਕਆਊਟ ਕਰੋ ਕਿ ਮੈਨੂੰ ਪ੍ਰੋਬਲਮਾਂ ਜਿਹੜੀਆਂ ਆ, ਪ੍ਰੋਬਲਮਾਂ ਦਿਸਦੀਆਂ ਨੇ ਜਾਂ ਇਹਨਾਂ ਪ੍ਰੋਬਲਮਾਂ ਦੇ ਵਿੱਚ ਹੀ ਮੇਰਾ ਹੱਲ ਆ। ਆਪਾਂ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਆਪਾਂ ਦੇਖੀਏ, ਜਾਂ ਆਪਾਂ ਕਿਤੇ ਐਗਜ਼ਾਮ ਦਿੰਦੇ ਸੀ ਸਕੂਲ ਦਾ ਜਾਂ ਬੋਰਡ ਦਾ, ਤੇ ਆਪਾਂ ਨੂੰ ਇੱਕ ਪੈਰਾਗ੍ਰਾਫ ਆਉਂਦਾ ਹੁੰਦਾ ਸੀ। ਉਹ ਪੈਰਾਗ੍ਰਾਫ ਹੁੰਦਾ ਸੀਗਾ, ਤੇ ਇਸ ਪੈਰਾਗ੍ਰਾਫ ਦੇ ਵਿੱਚੋਂ ਤੁਸੀਂ ਇੰਨੇ ਕੁਐਸਚਨ ਹੱਲ ਕਰਨੇ ਆ, 2 4 ਜਾਂ 5 ਜਾਂ ਜਿੰਨੇ ਵੀ ਸੀਗੇ ਇੱਕ ਪੈਰਾਗ੍ਰਾਫ ਦੇ ਵਿੱਚੋਂ। ਸੋ ਕਹਿਣ ਦਾ ਮਤਲਬ ਕੁਐਸਚਨ ਉਹਨਾਂ ਨੇ ਦੇ ਦਿੱਤੇ ਆ, ਉਹ ਕਹਿੰਦੇ ਆਨਸਰ ਇਸ ਪੈਰਾਗ੍ਰਾਫ ਦੇ ਵਿੱਚ ਹੀ ਆ। ਜੇ ਕੁਐਸਚਨ ਇਸ ਪੈਰਾਗ੍ਰਾਫ ਤੋਂ ਪੈਦਾ ਹੋਏ ਆ, ਤਾਂ ਆਨਸਰ ਵੀ ਇਸ ਪੈਰਾਗ੍ਰਾਫ ਦੇ ਵਿੱਚ ਹੀ ਨੇ, ਲੱਭੋ। ਤੇ ਆਪਾਂ ਲੱਭਦੇ ਹੁੰਦੇ ਸੀ, ਆਪਾਂ ਲੱਭ ਲੈਂਦੇ ਸੀਗੇ। ਸੋ ਇਸ ਕਰਕੇ ਅੱਜ ਸਾਡੇ ਕੋਲ ਇਹ ਪੈਰਾਗ੍ਰਾਫ ਜਿਹੜਾ ਨਾ, ਇਹ ਜ਼ਿੰਦਗੀ ਦਾ, ਪ੍ਰੋਬਲਮਾਂ ਦਾ ਸਾਹਮਣੇ ਆ ਗਿਆ। ਇਹਦੇ ਵਿੱਚੋਂ ਇੱਕ ਕੁਐਸਚਨ ਪੈਦਾ ਹੋ ਗਿਆ, ਮੈਂ ਕਿੱਦਾਂ ਜੀਊਂਗਾ, ਜੀ ਸਕਦਾ ਤੂੰ, ਇਹਦੇ ਵਿੱਚ ਹੀ ਹੱਲ ਆ। ਲੱਭਣਾ ਪੈਣਾ ਸਾਨੂੰ। ਜੇ ਮੈਂ ਪਹਿਲਾਂ 1000 ਪਾਉਂਡ ਕਮਾਉਂਦਾ ਸੀ ਜਾਂ 2000 ਪਾਉਂਡ ਕਮਾਉਂਦਾ ਸੀ, ਹੁਣ ਮੇਰੇ ਕੋਲ 200-300 ਪਾਉਂਡ ਕਮਾ ਹੁੰਦਾ ਜਾਂ ਅੱਧ ਕਮਾ ਹੁੰਦਾ। ਕਹਿਣ ਦਾ ਭਾਵ ਆ ਵੀ ਜਦੋਂ ਪੈਸੇ ਜ਼ਿਆਦਾ ਬਣਦੇ ਸੀ, ਮੇਰੀਆਂ ਖੁਆਇਸ਼ਾਂ ਜ਼ਿਆਦੀਆਂ ਸੀ। ਪੈਸੇ ਘੱਟ ਬਣਨ ਲੱਗ ਪਏ, ਖੁਆਇਸ਼ਾਂ ਨੂੰ ਘੱਟ ਕਰ ਦਿਓ, ਕੋਈ ਗੱਲ ਨਹੀਂ। ਐਡਜਸਟ ਕਰਨਾ ਪੈਂਦਾ, ਦੜ ਵੱਟਣਾ ਪੈਂਦਾ, ਦੰਦਾਂ ਥੱਲੇ ਰੱਖਣਾ ਪੈਂਦਾ ਕੁਛ ਨਾ ਕੁਛ। ਜਿਸ ਤਰ੍ਹਾਂ ਇੱਕ ਔਰਤ ਵਿਆਹੀ ਗਈ ਤੇ ਉਹਦੀ ਸੱਸ ਨੂੰ ਬੜਾ ਤੰਗ ਕਰਦੀ ਸੀ। ਸੱਸ ਬੜਾ ਤੰਗ ਕਰਦੀ ਸੀ ਉਹਨੂੰ, ਬੜਾ ਤਾਨੇ ਮਿਹਣੇ ਮਾਰਨੇ, ਬੜਾ ਉਹਨੂੰ ਔਖਾ ਕਰਨਾ, ਔਖੇ ਕੰਮ ਦੇਣੇ ਘਰ ਦੇ ਲਈ, ਮਤਲਬ ਨਿੱਕੀ ਨਿੱਕੀ ਗੱਲ ਤੇ ਤੜਫੜ ਰੱਖਣੀ ਘਰ ਦੇ ਵਿੱਚ। ਤਾਂ ਉਹਦੀ ਗੁਆਂਢਣ ਨੇ ਦੇਖਿਆ ਕਿ ਕੁੜੀ ਚੰਗੀ ਆ, ਨੂੰਹ ਚੰਗੀ ਆ, ਪਰ ਇਹ ਬੁੜੀ ਨਹੀਂ ਹਟਦੀ। ਉਹਨੇ ਨੂੰਹ ਨੂੰ ਕਿਹਾ ਕਿ ਕੋਈ ਬਾਬਾ ਆਇਆ ਨਵਾਂ ਪਿੰਡ ਦੇ ਵਿੱਚ, ਆਪਾਂ ਉਹਦੇ ਕੋਲ ਚੱਲਦੇ ਹਾਂ, ਕੋਈ ਹੱਲ ਲੱਭਦੇ ਹਾਂ। ਉਸ ਬਾਬੇ ਕੋਲ ਚਲੇ ਗਈਆਂ। ਬਾਬੇ ਕੋਲ ਜਾ ਕੇ ਜਦੋਂ ਸਾਰੀ ਪ੍ਰੋਬਲਮ ਦੱਸੀ, ਉਹ ਮਸਲਾ ਦੱਸਿਆ, ਤਾਂ ਮਸਲੇ ਦਾ ਹੱਲ ਬਾਬੇ ਨੇ ਕੀ ਦੱਸਿਆ। ਬਾਬਾ ਸਿਆਣਾ ਸੀ, ਬਜ਼ੁਰਗ ਸਿਆਣਾ ਸੀ, ਪੜ੍ਹਿਆ ਲਿਖਿਆ ਸੀ। ਪੜ੍ਹਿਆ ਲਿਖਿਆ ਕਿਤਾਬਾਂ ਦਾ ਜਿਹੜਾ ਪੜ੍ਹਿਆ ਲਿਖਿਆ ਉਹਨੂੰ ਪੜ੍ਹਿਆ ਲਿਖਿਆ ਨਹੀਂ ਕਹਿੰਦੇ, ਪੜ੍ਹਿਆ ਲਿਖਿਆ ਉਹਨੂੰ ਕਹਿੰਦੇ ਜਿਹਨੇ ਜ਼ਿੰਦਗੀ ਦੇ ਪ੍ਰੋਬਲਮਾਂ ਤੋਂ, ਜ਼ਿੰਦਗੀ ਦੀਆਂ ਪ੍ਰੋਬਲਮਾਂ ਤੋਂ ਸਿੱਖਿਆ ਹੋਵੇ, ਪਿੰਡੇ ਤੇ ਹੰਡਾਇਆ ਹੋਵੇ, ਉਹਨੂੰ ਪੜ੍ਹਿਆ ਲਿਖਿਆ ਕਹਿੰਦੇ ਨੇ, ਉਹਨੂੰ ਸਿਆਣਾ ਕਹਿੰਦੇ ਨੇ। ਉਮਰ ਦਾ, ਚਿੱਟੀ ਦਾੜੀ ਦਾ ਬੰਦਾ ਸਿਆਣਾ ਨਹੀਂ ਹੁੰਦਾ। ਬਾਬੇ ਨੇ ਹੱਲ ਦਿੱਤਾ। ਬਾਬਾ ਕਹਿੰਦਾ, ਆਹ ਤਵੀਤ ਲੈ ਜਾ ਬੀਬੀ, ਜਦੋਂ ਤੇਰੀ ਸੱਸ ਬੋਲੇ ਆਹ ਦੰਦਾਂ ਥੱਲੇ ਲੈ ਲਿਆ ਕਰੀ। ਤਵੀਤ ਦਿੱਤਾ, ਘਰ ਚਲ ਗਈ। ਘਰ ਜਾ ਕੇ ਜਦੋਂ ਸੱਸ ਨੇ ਬੋਲਣਾ, ਉਹਨੇ ਦੰਦਾਂ ਥੱਲੇ ਤਵੀਤ ਲੈ ਕੇ ਬੈਠੀ ਰਹਿਣਾ। ਜਦੋਂ ਨਹੀਂ ਹਟਣਾ, ਉਹਨੂੰ ਤਵੀਤ ਮੂੰਹ ਚੋਂ ਬਾਹਰ ਕੱਢ ਦੇਣਾ। ਸੋ ਦੋਸਤੋ, ਗੱਲ ਸਮਝਣ ਵਾਲੀ ਇੱਥੇ ਇਹ ਆ ਕਿ ਜਦੋਂ ਕੋਈ ਗੱਲ ਤੁਹਾਨੂੰ ਬੋਲੇ, ਕੋਈ ਮੰਦਾ ਚੰਗਾ ਬੋਲੇ, ਮੂੰਹ ਵੱਟ ਰਹੋ, ਦੜ ਵੱਟ ਰਹੋ, ਦੰਦਾਂ ਥੱਲੇ ਜੀਭ ਲੈ ਲਓ, ਮਤਲਬ ਚੁੱਪ ਰਹੋ। ਇਹੀ ਉਹਦੀ ਗੱਲ ਦੇ ਵਿੱਚ ਸਿਆਣਪ ਸੀ। ਸੋ ਆਓ ਦੋਸਤੋ, ਅੱਜ ਲਈ ਇੰਨੀਆਂ ਕੀ ਗੱਲਾਂ, ਤੇ ਫੇਰ ਕਿਤੇ ਮਿਲਾਂਗੇ, ਹੋਰ ਗੱਲਾਂ ਕਰਾਂਗੇ। ਪਰ ਮੈਂ ਜਾਂਦਾ ਤੁਹਾਨੂੰ ਨਾਲ ਇਹ ਵੀ ਦੱਸ ਦਿਆਂ ਕਿ ਰੱਬ ਤੋਂ ਵੱਡਾ ਕੋਈ ਨਹੀਂ ਹੁੰਦਾ। ਗੁਰਬਾਣੀ ਵਿੱਚ ਆਉਂਦਾ ਆ, ਕਹਿੰਦੇ ਚਰਨ ਸ਼ਰਨ ਗੁਰ, ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤਾ ਹੈ। ਤੂੰ ਕੋਸ਼ਿਸ਼ ਤਾਂ ਕਰ,
ਤੂੰ ਕੋਸ਼ਿਸ਼ ਤਾਂ ਕਰ ਰੱਬ ਦੇ ਹੁਕਮਾਂ ਦੇ ਮੁਤਾਬਕ ਚੱਲਣ ਦੀ, ਤੂੰ ਟਰਾਈ ਤਾਂ ਕਰ, ਰੱਬ ਤੈਨੂੰ 100 ਕਦਮ ਅੱਗੇ ਹੋ ਕੇ ਮਿਲੇਗਾ। ਤੂੰ ਕਦਮ ਗਾਂਹ ਤਾਂ ਲੈ ਕੇ ਚੱਲ, ਤੂੰ ਐਫਰਟ ਤਾਂ ਪਾ। ਇਸ ਕਰਕੇ ਦੁਨੀਆ ਦੇ ਵਿੱਚ ਬਹੁਤ ਪਿਆਰ ਆ, ਜੇ ਪਿਆਰ ਲੈਣਾ ਆ, ਪਿਆਰ ਥੋੜਾ ਦੇ ਕੇ ਤਾਂ ਦੇਖ। ਇੱਜ਼ਤ ਬਹੁਤ ਜ਼ਿਆਦਾ ਆ ਦੁਨੀਆ ਦੇ ਵਿੱਚ, ਜੇ ਲੈਣੀ ਆ ਇੱਜ਼ਤ ਪਹਿਲਾਂ ਦੇ ਕੇ ਤਾਂ ਦੇਖ। ਜੇ ਤੂੰ ਚਾਹੁੰਦਾ ਮੈਨੂੰ ਸਾਰੇ ਹਾਂਜੀ ਹਾਂਜੀ ਕਰਕੇ ਬੁਲਾਉਣ, ਜੀ ਜੀ ਕਰਕੇ ਬੁਲਾਉਣ, ਥੋੜਾ ਜਿਹਾ ਤੂੰ ਵੀ ਬੁਲਾ ਕੇ ਤਾਂ ਦੇਖ। ਨਿਆਣੇ ਮੈਨੂੰ ਪਿਆਰ ਕਰਨ, ਪਰ ਨਿਆਣਿਆਂ ਨੂੰ ਪਿਆਰ ਦੇ ਕੇ ਤਾਂ ਦੇਖ। ਨਿੱਕੀਆਂ ਨਿੱਕੀਆਂ ਗੱਲਾਂ ਸਾਡੀ ਜ਼ਿੰਦਗੀ ਨੂੰ ਕਾਮਯਾਬੀ ਵੱਲ ਲੈ ਕੇ ਜਾਂਦੀਆਂ, ਪਰ ਨਿੱਕੀਆਂ ਨਿੱਕੀਆਂ ਗੱਲਾਂ ਸਾਡੀ ਜ਼ਿੰਦਗੀ ਨੂੰ ਡੋਬ ਦਿੰਦੀਆਂ। ਜੇ ਘਰ ਵਾਲਾ ਆਇਆ, ਸ਼ੂ ਕਿਤੇ ਪੁੱਠੇ ਸਿੱਧੇ ਰੱਖ ਦਿੱਤੇ, ਘਰ ਵਾਲੀ ਕਹਿੰਦੀ ਮੈਂ ਹੁਣੇ ਪੋਚਾ ਲਾ ਕੇ ਹਟੀ ਆਂ, ਤੂੰ ਸ਼ੂ ਰੱਖ ਦਿੱਤੇ ਇੱਥੇ, ਤੂੰ ਗੰਦੇ ਸ਼ੂ ਲਾਇਆ ਅੰਦਰ ਨੂੰ। ਕੋਈ ਗੱਲ ਨਹੀਂ, ਘਰ 'ਚ ਇਨਕਮ ਲੈ ਕੇ ਆਉਂਦਾ ਨਾ, ਕੋਈ ਗੱਲ ਨਹੀਂ, ਤੈਨੂੰ ਪਿਆਰ ਕਰਦਾ, ਕੋਈ ਗੱਲ ਨਹੀਂ। ਚੀਜ਼ਾਂ ਸਾਡੇ ਲਈ ਬਣੀਆਂ ਆ, ਅਸੀਂ ਚੀਜ਼ਾਂ ਲਈ ਨਹੀਂ ਬਣੇ। Things made for us, we never made for things। ਸਮਝਣਾ ਪੈਣਾ ਸਾਨੂੰ, ਇੱਕ ਦੂਸਰੇ ਨੂੰ ਸਮਝਣਾ ਪੈਣਾ। ਆਦਮੀ ਦਾ ਦਿਮਾਗ ਵੀ ਕੰਮ ਕਰਨਾ ਹੋਣਾ ਚਾਹੀਦਾ ਕਿ ਜੇ ਮੈਂ ਬਾਹਰੋਂ ਆਇਆ, ਮੇਰੇ ਗੰਦੇ ਸ਼ੂ ਆ, ਮੈਂ ਇਹਨਾਂ ਨੂੰ ਸਾਫ਼ ਕਰਕੇ ਅੰਦਰ ਲੈ ਕੇ ਜਾਵਾਂ। ਦੋਨੇ ਐਫਰਟ ਪਾਵਾਂਗੇ, ਜ਼ਿੰਦਗੀ ਵਧੀਆ ਬਣੇਗੀ। ਇੱਕ ਵਾਰੀ ਕਿਸੇ ਨੇ ਪੁੱਛਿਆ ਕਬੀਰ ਜੀ ਨੂੰ ਕਿ ਕਬੀਰ ਜੀ ਤੁਹਾਡੀ ਬੀਬੀ ਦੀ ਕਦੀ ਲੜਾਈ ਨਹੀਂ ਹੁੰਦੀ? ਤੁਹਾਡੀ ਕਿੰਨੀ ਬਣਦੀ ਇੱਕ ਦੂਸਰੇ ਦੇ ਨਾਲ, ਤੁਸੀਂ ਕਿੰਨੇ ਖੁਸ਼ ਆ, ਇਹਦਾ ਕਾਰਨ ਕੀ ਆ? ਤਾਂ ਕਬੀਰ ਜੀ ਕਹਿੰਦੇ ਕੋਈ ਨਹੀਂ, ਮੈਂ ਦੱਸਦਾ। ਉਹਨਾਂ ਨੇ ਆਪਣੀ ਬੀਬੀ ਨੂੰ ਕਿਹਾ ਕਿ ਜਾ ਅੰਦਰ ਨਾ ਜਾ ਕੇ ਲਾਲਟੈਨ ਲੈ ਕੇ ਆ। ਹੁੰਦੀ ਨਹੀਂ ਸੀ ਆਪਣੇ, ਤੇਲ ਪਾਇਆ ਹੁੰਦਾ ਸੀ, ਲਾਲਟੈਨਸ ਹੁੰਦੀਆਂ ਸੀਗੀਆਂ, ਥੋੜਾ ਬੱਤੀ ਲਾਉਣੀ ਲੋ ਹੋ ਜਾਂਦੀ ਸੀ ਜਦੋਂ ਆਪਣੇ ਲਾਈਟਾਂ ਵਗੈਰਾ ਨਹੀਂ ਹੁੰਦੀਆਂ ਸੀ ਘਰਾਂ 'ਚ ਇੰਡੀਆ ਦੇ ਵਿੱਚ। ਉਹਨਾਂ ਦੀ ਘਰ ਵਾਲੀ ਗਈ, ਲਾਲਟੈਨ ਲੈ ਕੇ ਆਈ। ਤਾਂ ਉਹਨੇ ਪੁੱਛਿਆ ਆਦਮੀ ਨੇ, ਲਾਲਟੈਨ ਕਾਤੇ, ਹਨਾ? ਉਹ ਕਹਿੰਦਾ ਜਦ ਮੇਰੀ ਘਰ ਵਾਲੀ ਨੇ ਨਹੀਂ ਇਹ ਗੱਲ ਪੁੱਛੀ, ਤੂੰ ਕੌਣ ਪੁੱਛਣ ਵਾਲਾ ਹੁੰਨਾ? ਜੇ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਤੁਸੀਂ ਲਾਲਟੈਨ ਕੀ ਕਰਨੀ, ਇੰਨੀ ਬਾਹਰ ਲਾਈਟ ਆ, ਤੁਸੀਂ ਲਾਲਟੈਨ ਕੀ ਕਰਨੀ ਹੈ, ਤੁਸੀਂ ਕੀ ਦੇਖਣਾ, ਇੰਨੀ ਲਾਈਟ ਧੁੱਪ ਦੇ ਵਿੱਚ ਲਾਲਟੈਨ ਚਾਹੀਦੀ ਹੈ। ਕਹਿੰਦੇ ਨਹੀਂ, ਉਹਨੇ ਹੀਲ ਹੁਜਤ ਨਹੀਂ ਕੀਤੀ, ਉਹਨੇ ਕਿੰਤੂ ਪਰੰਤੂ ਨਹੀਂ ਕੀਤਾ, ਉਹਨੇ ਮੇਰਾ ਕਹਿਣਾ ਮੰਨਿਆ, ਲੈ ਕੇ ਆਇਆ ਆ ਗਈ। ਤੇ ਜੇ ਮੈਨੂੰ ਉਹ ਕਵੇ ਜਾਂ ਮੈਂ ਉਹਨੂੰ ਕਹਾਂ ਕਿ ਪਾਣੀ ਗਰਮ ਕਰ ਦੇ, ਮੈਂ ਨਹਾਉਣਾ ਆ, ਤਾਂ ਉਹਨੇ ਇਹ ਨਹੀਂ ਕਹਿਣਾ ਵੀ ਇੰਨੀ ਧੁੱਪ ਆ, ਇੰਨੀ ਟੈਂਪਰੇਚਰ ਆ, 35-40 ਟੈਂਪਰੇਚਰ ਆ, ਤੇ ਵੀ ਤੂੰ ਗਰਮ ਪਾਣੀ ਨਾਲ ਨਹਾਉਣਾ, ਤੇਰਾ ਦਿਮਾਗ ਸਹੀ ਆ? ਕੋਈ ਹੀਲ ਹੁਜਤ ਨਹੀਂ। ਜਦੋਂ ਇੱਦਾਂ ਦਾ ਪਿਆਰ ਬਣ ਜਾਏ ਘਰ ਵਿੱਚ, ਇੱਦਾਂ ਦੀ ਸਮਝਦਾਰੀ ਬਣ ਜਾਏ ਘਰ ਦੇ ਵਿੱਚ, ਤਾਂ ਘਰ ਉਹ ਘਰ ਨਹੀਂ ਰਹਿ ਜਾਂਦਾ, ਉਹ ਮੰਦਿਰ ਬਣ ਜਾਂਦਾ, ਉਹ ਸਵਰਗ ਬਣ ਜਾਂਦਾ। ਅਸੀਂ ਆਪ ਹੀ ਆਪਣੇ ਘਰਾਂ ਨੂੰ ਨਰਕ ਬਣਾਇਆ ਆ। ਕਿਸੇ ਨੇ ਮਰ ਕੇ ਚਿੱਠੀ, ਈਮੇਲ, ਪੱਤਰ ਭੇਜਿਆ ਕਿ ਫੋਨ ਕੀਤਾ ਕਿ ਮੈਂ ਸਵਰਗਾਂ 'ਚ ਬੈਠਾ। ਅਸੀਂ ਜੀਂਦੇ ਜੀ ਸਵਰਗਾਂ 'ਚ ਰਹਿ ਸਕਦੇ ਹਾਂ ਜੇ ਅਸੀਂ ਆਪਣੇ ਘਰ ਨੂੰ ਸਵਰਗ ਬਣਾ ਲਈਏ, ਆਪਣੇ ਘਰ ਵਿੱਚ ਪਿਆਰ ਪੈਦਾ ਕਰ ਲਈਏ। ਹੋਈਆਂ ਭੁੱਲਾਂ ਦੀ ਖਿਮਾ, ਵੱਧ ਘੱਟ ਕੋਈ ਲਫ਼ਜ਼ ਕਹਿ ਗਿਆ ਹੋਵਾਂ ਤੇ ਮਾਫ਼ ਕਰਨਾ। ਸੋਹਣੀ ਬਾਣੀ ਪੜ੍ਹਨ, ਸੁਣਨ ਤੇ ਸਮਝਣ ਦੀ, ਆਪਣੇ ਆਪ ਤੇ ਅਪਲਾਈ ਕਰਨ ਦੀ ਤਾਕਤ ਬਖਸ਼ਣਾ। ਇਹ ਮੈਂ ਤੁਹਾਨੂੰ ਤਾਂ ਕਹਿ ਰਿਹਾ ਆ ਕਿਉਂਕਿ ਮੈਨੂੰ ਤੁਹਾਡੇ ਵਿੱਚ ਰੱਬ ਦਿਸਦਾ ਆ। ਮੈਂ ਉਸ ਚੀਜ਼ ਨੂੰ ਕਦੀ ਮੱਥਾ ਨਹੀਂ ਟੇਕਦਾ ਜਿਹੜੀ ਬੰਦੇ ਨੇ ਬਣਾਈ ਆ, ਜਿਹੜੀ ਰੱਬ ਨੇ ਬਣਾਈ ਆ, ਮੈਂ ਉਸ ਚੀਜ਼ ਨੂੰ ਮੱਥਾ ਟੇਕਦਾ, ਬੇਸ਼ੱਕ ਉਹ ਘਾਹ ਕਿਉਂ ਨਾ ਹੋਵੇ। ਜਿਹੜੀ ਚੀਜ਼ ਰੱਬ ਨੇ ਬਣਾਈ ਆ, ਜਿਹੜੀ ਸਾਇੰਟਿਸਟ ਵੀ ਨਹੀਂ ਬਣਾ ਸਕਦੇ, ਮੈਂ ਉਸ ਚੀਜ਼ ਨੂੰ ਨਮਨ ਕਰਦਾ ਆ, ਮੈਂ ਉਸ ਚੀਜ਼ ਨੂੰ ਨਮਸਕਾਰ ਕਰਦਾ ਆ ਜਿਹੜੀ ਰੱਬ ਨੇ ਬਣਾਈ ਆ। ਬੇਸ਼ੱਕ ਉਹ ਘਾਹ ਹੀ ਕਿਉਂ ਨਾ ਹੋਵੇ, ਉਹ ਦਰਖਤ ਹੀ ਕਿਉਂ ਨਾ ਹੋਵੇ, ਉਹ ਪੌਦਾ ਹੀ ਕਿਉਂ ਨਾ ਹੋਵੇ, ਉਹ ਪਾਣੀ ਕਿਉਂ ਨਾ ਹੋਵੇ, ਉਹ ਮਿੱਟੀ ਕਿਉਂ ਨਾ ਹੋਵੇ, ਜਿਹੜੀ ਰੱਬ ਨੇ ਬਣਾਈ ਆ। ਇਸ ਕਰਕੇ ਆਪ ਦੋਸਤੋ, ਰੱਬ ਦੀ ਕੁਦਰਤ ਦਾ ਨਜ਼ਾਰਾ ਲਈਏ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਬਾਹਰ ਨਿਕਲੀਏ, ਪਿਆਰ ਮੁਹੱਬਤ ਵੰਡੀਏ, ਪਿਆਰ ਮੁਹੱਬਤ ਦਈਏ, ਲਈਏ, ਇੱਜ਼ਤ ਕਰੀਏ ਤੇ ਇੱਜ਼ਤ ਲਈਏ, ਸੋਹਣਾ ਬੋਲੀਏ ਤੇ ਸੋਹਣਾ ਬੁਲਵਾਈਏ ਕਿਸੇ ਦੇ ਕੋਲੋਂ। ਸੋ ਇਸ ਕਰਕੇ ਆਓ
ਖੁਸ਼ੀਆਂ ਭਰੀ ਜ਼ਿੰਦਗੀ ਆ। ਅੱਜ ਦਾ ਦਿਨ ਤੁਹਾਨੂੰ ਫਿਰ ਮੁਬਾਰਕ ਹੋਵੇ। ਜਿੰਨਾ ਕੁ ਰਹਿ ਗਿਆ ਜਾਂ ਜਿਨ੍ਹਾਂ ਦਾ ਜਿੰਨਾ ਚੜ੍ਹਿਆ ਆ, ਜਿੰਨਾ ਮਤਲਬ ਬੀਤ ਗਿਆ, ਜੋ ਕੁਝ ਵੀ ਹੈ ਇਹਨੂੰ ਵਧੀਆ ਬਣਾਈਏ, ਵਧੀਆ ਬਣਾਈਏ। ਧੰਨਵਾਦ ਜੀ।